ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਹਿਜਯੋਗ ਧਿਆਨ ਦੀ ਇਸ ਕਾਰਜਸ਼ਾਲਾ 'ਚ ਅਸੀਂ ਤੁਹਾਡੇ ਸਾਰਿਆਂ ਦਾ ਦਿਲ ਨਾਲ ਸਵਾਗਤ ਕਰਦੇ ਹਾਂ। ਸਹਿਜਯੋਗ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਸਹਿ ਤੇ ਜ। ਸਹਿ ਦਾ ਮਤਲਬ ਹੈ ਨਾਲ ਤੇ ਜ ਦਾ ਮਤਲਬ ਹੈ ਜੰਮਿਆ ਹੋਇਆ। ਸਹਿਜ ਮਤਲਬ ਉਹ ਸ਼ਕਤੀ ਜਿਹੜੀ ਹਰ ਮਨੁੱਖ ਦੇ ਅੰਦਰ ਵਿਰਾਜਮਾਨ ਹੈ ਤੇ ਉਹਦੇ ਜਨਮ ਦੇ ਨਾਲ ਹੀ ਪੈਦਾ ਹੁੰਦੀ ਹੈ। ਜਦੋਂ ਬੱਚਾ ਆਪਣੀ ਮਾਂ ਦੇ ਪੇਟ 'ਚ ਹੁੰਦਾ ਹੈ ਤਾਂ 3 ਮਹੀਨਿਆਂ ਬਾਅਦ ਉਹਦੇ 'ਚ ਜਾਨ ਆ ਜਾਂਦੀ ਹੈ। ਉਹ ਸ਼ਕਤੀ ਬੱਚੇ ਦੇ ਸਿਰ ਦੇ ਤਾਲੂ ਦੇ ਹਿੱਸੇ 'ਚੋਂ ਅੰਦਰ ਜਾਂਦੀ ਹੈ ਅਤੇ ਰੀੜ੍ਹ ਦੀ ਹੱਡੀ 'ਚੋਂ ਜਾਂਦੀ ਹੋਈ ਬਿਲਕੁਲ ਨੀਚੇ ਜਾ ਕੇ ਇੱਕ ਤਿਕੋਣੀ ਹੱਡੀ 'ਚ ਜਾ ਕੇ ਬਹਿ ਜਾਂਦੀ ਹੈ, ਜਿਹਨੂੰ ਗ੍ਰੰਥਾਂ 'ਚ ਕੁੰਡਲਨੀ ਕਹਿੰਦੇ ਨੇ। ਪੁਰਾਣੇ ਜਿਹੜੇ ਸਾਡੇ ਰਿਸ਼ੀ ਮੁਨੀ ਅਤੇ ਸਾਧੂ ਸੰਤ ਸੀਗੇ, ਉਹਨਾਂ ਦਾ ਇਹ ਜਿਹੜੀ ਕੁੰਡਲਨੀ ਸ਼ਕਤੀ ਸੀ ਉਹ ਜਨਮ ਤੋਂ ਹੀ ਜਾਗਰਿਤ ਸੀ। ਜਿੱਦਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਰਾਜਾ ਜਨਕ, ਲਾਓ ਤਸੇ, ਮੁਹੰਮਦ ਸਾਹਿਬ। ਅੱਜ ਕੱਲ੍ਹ ਦੇ ਟਾਈਮ 'ਚ ਅਸਾਂ ਸਾਰੇ ਵਿਚਾਰਦੇ ਹਾਂ ਕਿ ਕਿੱਦਾਂ ਅਸੀਂ ਆਪਣੀ ਇਸ ਸ਼ਕਤੀ ਨੂੰ ਜਗਾਈਏ। ਅਸਾਂ ਸਾਰੇ ਰੱਬ ਨੂੰ ਪਾਉਣ ਲਈ ਮੰਦਰਾਂ ਗੁਰਦੁਆਰਿਆਂ 'ਚ ਜਾਂਦੇ ਹਾਂ, ਉੱਥੇ ਬਹਿ ਕੇ ਧਿਆਨ ਕਰਦੇ ਹਾਂ, ਮਾਲਾ ਫੇਰਦੇ ਹਾਂ, ਪ੍ਰਸਾਦ ਚੜ੍ਹਾਉਂਦੇ ਹਾਂ ਅਤੇ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਕਰਦੇ ਹਾਂ, ਪਰ ਫਿਰ ਵੀ ਸਾਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ। ਸਾਡੇ ਸਰੀਰ 'ਚ ਵੀ ਕਈ ਤਰ੍ਹਾਂ ਦੇ ਦੁੱਖ ਤਕਲੀਫ ਰਹਿੰਦੇ ਨੇ। ਉਹ ਸ਼ਾਂਤੀ ਕਿੱਦਾਂ ਮਿਲੂਗੀ, ਕਿੱਥੋਂ ਮਿਲੂਗੀ? ਇਹਦੇ ਲਈ ਆਪਾਂ ਕਈ ਤਰ੍ਹਾਂ ਦੇ ਗੁਰੂਆਂ ਦੇ ਪਿੱਛੇ ਜਾਂਦੇ ਵੀ ਹਾਂ, ਪੈਸੇ ਚੜਾਉਂਦੇ ਹਾਂ, ਕਈ ਕੁਝ ਕਰਦੇ ਹਾਂ, ਪਰ ਸ਼ਾਂਤੀ ਨਹੀਂ ਮਿਲਦੀ, ਜਿਹਨੂੰ ਕਿ ਆਪਾਂ ਆਤਮਾ ਦੀ ਸ਼ਾਂਤੀ ਕਹਿੰਦੇ ਹਾਂ। ਸ਼੍ਰੀ ਮਾਤਾ ਜੀ ਸ਼੍ਰੀ ਨਿਰਮਲਾ ਦੇਵੀ ਜੀ ਨੇ ਸੰਨ 1970 ਵਿੱਚ ਸਹਿਜਯੋਗ ਧਿਆਨ ਸ਼ੁਰੂ ਕੀਤਾ। ਉਹਨਾਂ ਨੇ ਆਪਣੀ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਉੱਥੋਂ ਜਦੋਂ ਇਹ ਵੇਖਿਆ ਕਿ ਮਨੁੱਖ ਆਤਮਾ ਦੀ ਸ਼ਾਂਤੀ ਅਤੇ ਆਨੰਦ ਨੂੰ ਪਾਉਣ ਲਈ ਜਗ੍ਹਾ ਜਗ੍ਹਾ 'ਤੇ ਜਾ ਰਿਹਾ ਹੈ, ਕਰਮ ਕਾਂਡ ਕਰਦਾ ਪਿਆ, ਘਰ ਦੀ ਕਿਸੇ ਵੀ ਬੰਦੇ ਅੱਗੇ, ਕਿਸੇ ਵੀ ਗੁਰੂ ਅੱਗੇ ਆਪਣਾ ਸਿਰ ਝੁਕਾ ਲੈਂਦਾ। ਤਦ ਮਾਂ ਨੇ ਨਾਰਗੋਲ 'ਚ ਜਾ ਕੇ ਪੂਰੀ ਰਾਤ ਇੱਕ ਪੇੜ ਦੇ ਹੇਠਾਂ ਬਹਿ ਕੇ ਧਿਆਨ ਕੀਤਾ ਅਤੇ ਆਪਣੇ ਸਹਿਸਤਰਾਂ ਰਾਹੀਂ ਆਪਣੀ ਕੁੰਡਲਨੀ ਸ਼ਕਤੀ ਨੂੰ ਜਾਗਰਿਤ ਕੀਤਾ। ਤਦ ਅਗਲੇ ਦਿਨ ਉਹਨਾਂ ਨੇ 2 ਬੰਦਿਆਂ ਨੂੰ ਧਿਆਨ ਦੇ ਬਾਰੇ ਦੱਸਿਆ ਅਤੇ ਉਹਨਾਂ ਨੂੰ ਆਤਮ ਸਾਖਸ਼ਾਤਕਾਰ ਦਿੱਤਾ। ਫਿਰ ਉਹਨਾਂ ਨੇ 12 ਬੰਦਿਆਂ ਦੀ ਕੁੰਡਲਨੀ ਸ਼ਕਤੀ ਨੂੰ ਜਾਗਰਿਤ ਕੀਤਾ ਅਤੇ ਉਹਨਾਂ ਨੂੰ ਆਤਮ ਸਾਖਸ਼ਾਤਕਾਰ ਦਿੱਤਾ। ਇਸ ਤਰ੍ਹਾਂ ਇਹ ਵੱਧਦੇ 100 ਤੋਂ ਵੀ ਜ਼ਿਆਦਾ ਦੇਸ਼ਾਂ 'ਚ ਫੈਲ ਗਿਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਦਾਂ ਆਪਾਂ ਕੋਈ ਗੁਰੂ ਨਾਮ ਲੈਂਦੇ ਹਾਂ ਤਾਂ ਉਹਦੇ ਵਿੱਚ ਸਿਰਫ ਇੱਕ ਗੁਰੂ ਹੀ ਤੁਹਾਨੂੰ ਉਹ ਨਾਮ ਦੇ ਸਕਦਾ ਹੈ। ਪਰ ਸਹਿਜਯੋਗ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇਕਰ ਤੁਹਾਡੀ ਕੁੰਡਲਨੀ ਸ਼ਕਤੀ ਜਾਗਰਿਤ ਹੈ, ਤੁਸੀਂ ਆਤਮ ਸਾਖਸ਼ਾਤਕਾਰ ਲੈ ਲਿਆ ਹੈ, ਤਾਂ ਤੁਸੀਂ ਅੱਗੇ ਕਿਸੇ ਨੂੰ ਵੀ ਇਸ ਸ਼ਕਤੀ ਦੇ ਬਾਰੇ ਦੱਸ ਸਕਦੇ ਹੋ, ਉਹਦੀ ਸ਼ਕਤੀ ਨੂੰ ਵੀ ਜਾਗਰਿਤ ਕਰ ਸਕਦੇ ਹੋ। ਕਿਉਂਕਿ ਸ਼੍ਰੀ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਆਪਣੇ ਗੁਰੂ ਖੁਦ ਹੋ। ਤੁਹਾਡੇ ਸਭਨਾਂ ਦੇ ਅੰਦਰ ਰੱਬ ਦੀ ਇੱਕੋ ਸ਼ਕਤੀ ਵਿਰਾਜਦੀ ਹੈ। ਰੱਬ ਨੇ ਤਾਂ ਸਿਰਫ ਇੱਕ ਇਨਸਾਨ ਬਣਾ ਕੇ ਭੇਜਿਆ, ਅੱਗੋਂ ਉਸ ਇਨਸਾਨ ਨੇ ਸਾਰੇ ਅਲੱਗ-ਅਲੱਗ ਧਰਮ ਤੇ ਮਜ਼ਹਬ ਬਣਾ ਲਿੱਤੇ। ਰੱਬ ਤਾਂ ਇੱਕੋ ਹੀ ਹੈ, ਸਭਨਾਂ ਦੇ ਅੰਦਰ ਇੱਕੋ ਜਿਹੀ ਸ਼ਕਤੀ ਹੈ। ਫਰਕ ਤਾਂ ਇਹ ਹੈ ਕਿ ਤੁਸੀਂ ਉਹਨੂੰ ਕਿੱਦਾਂ ਲੈਂਦੇ ਹੋ। ਸ਼੍ਰੀ ਮਾਤਾ ਜੀ ਨੇ ਦੱਸਿਆ ਕਿ ਸਾਰਿਆਂ ਨੂੰ ਪਿਆਰ ਕਰੋ। ਹਰ ਇੱਕ ਮਨੁੱਖ ਦੇ ਅੰਦਰ ਰੱਬ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ, ਜਿਨ ਪ੍ਰੇਮ ਕੀਆ ਤਿਨ ਹੀ ਰੱਬ ਪਾਇਆ, ਯਾਨੀ ਪ੍ਰੇਮ ਹੀ ਪਰਮ ਹੈ, ਪਰਮ ਹੀ ਰੱਬ ਹੈ। ਪਰਮ ਸ਼ਬਦ ਪ੍ਰੇਮ ਤੋਂ ਹੀ ਬਣਿਆ ਹੈ। ਰੱਬ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ, ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪ ਨੇ ਜਿਨ ਗੋਬਿੰਦ ਦਿਓ ਬਤਾਏ। ਮਤਲਬ ਹੈ ਕਿ ਗੁਰੂ ਦਾ ਦਰਜਾ ਸਭ ਤੋਂ ਉੱਤੇ ਹੈ। ਗੁਰੂ ਉਹ ਜਿਹੜਾ 24 ਘੰਟੇ ਤੁਹਾਨੂੰ ਹੈਲਪ ਕਰੇ, ਜਦੋਂ ਵੀ ਤੁਹਾਨੂੰ ਲੋੜ ਪਏ ਗੁਰੂ ਤੁਹਾਡੇ ਨਾਲ ਖੜਿਆ ਹੋਵੇ। ਹੁਣ ਇਹੋ ਜਿਹਾ ਗੁਰੂ ਜਿਹੜਾ 24 ਘੰਟੇ ਤੁਹਾਡੇ ਨਾਲ ਹੋਏ, ਤੁਹਾਡੀ ਹੈਲਪ ਕਰੇ, ਤੁਹਾਨੂੰ ਦਿਸ਼ਾ ਦਿਖਾਏ। ਸ਼੍ਰੀ ਮਾਤਾ ਜੀ ਦੱਸਦੇ ਨੇ ਕਿ ਉਹ ਗੁਰੂ ਹੈ ਤੁਹਾਡੀ ਧਰਤੀ ਮਾਂ। ਕਿਉਂਕਿ ਵੇਖੋ, ਅਸੀਂ ਰਹਿੰਦੇ ਹਾਂ ਅਤੇ ਘਰ ਬਣਦਾ ਹੈ ਕਿੱਥੇ? ਧਰਤੀ ਮਾਂ 'ਤੇ।
भुख लगती है, खाना कौन देंदा है? धरती माँ। यानी रोटी, कपड़ा, मकान सब कुछ धरती माँ तो ही मिलता है। सानू धरती माँ ते अपनी सारी प्रॉब्लम्स नू अर्पित कर देना चाहिए, क्योंकि धरती माँ दे विच बहुत शक्ति है और बहुत सहनशील है। तुसी धरती माँ च कूड़ा भी पाते हो तो वह सानू फल ही देंदी है। यानी अगर तुसी जिन्नी मर्जी नैगेटिविटी धरती माँ च पाओ, वो तुहानू पॉजिटिविटी ही वापस देवेगी। तुसी करके वेख सकते हो, जेकर तुहानू शरीर दे विच कोई भी दुख या तकलीफ होवे, तुसी अपने दुख तकलीफ नू धरती माँ नू अर्पित कर दिओ और सच्ची इच्छा दे नाल करके वेखो। 2 मिनटां दे विच ही सारे दुख तकलीफ जां तां हल्के हो जाणगे जां गायब हो जाणगे। सिर्फ तुहाडी इच्छा शुद्ध होनी चाहिए है। अज साडे नाल डॉक्टर मेहरा जुड़े ने, जिहड़े कि पिछले 32 सालों तो सहजयोग ध्यान नू कर रहे ने। हुण डॉक्टर मेहरा तुहानू अगे इस दे बारे दसणगे। सत श्री अकाल जी आयां नू। अज तुहाडा सहयोग प्रोग्राम विच स्वागत है। अज असीं सारे इकट्ठे होए हैं, परमात्मा की शक्ति दे नाल जुड़न वास्ते इकट्ठे होए हैं और सहयोग दे नाल तुहानू वो रस्ता जिहड़ा प्राचीन साधु संतां ने दस्सिया है वो बारे तुहानू संक्षिप्त नाल तुहानू दस्सण वास्ते और अपना अनुभव जो असी 32 साल सहयोग करदिआं प्राप्त किया है वो तुहानू दस्सण वास्ते इकट्ठे हुए हैं। तुहाडा स्वागत है मेरे भरा भाईओ। मैं 32 साल तो सहयोग कर रहा तो 32 साल के इस पीरियड दे विच मैंने बहुत सारी अपने अंदर दियां काफ़ी बदलाव देखा, अपने सुभाव च बदलाव आया और कई तरह दी बीमारियां, कई तरह के जो एरा वगैरह जितने भी नेगेटिव थॉट्स वो सब जितनी भी अपना ख़त्म हो गई और सब हमेशा सुख समृद्धि ही वाली ही सोच जाती सी। ये जड़ी है समाधि सहज जड़ा है 2 लफ्ज़ां नाल बनया है, सहज अते ज। सहज मीन तुहाडे नाल, ज मीन जन्मा। ये शक्ति तुहाडे अंदर ही है, अंदर ही तुहाडे अंदर बनी है। वो शक्ति प्रवाहित होंदी है, ब्रह्म की शक्ति तुहाडे नाल अंदर आंदी है तो वो तुहाडा लालन पालन करके तुहाडे सारे पार्ट्स, बॉडी पार्ट्स बनाती है। वो फिर जन्म होंदा है और तालु बाग तो ये पार ब्रह्म की शक्ति तुहाडे नाल तुहाडे अंदर प्रवाहित रहिंदी है जब तक तुसी जिंदे रहिंदे हो। उस तो बाद वो शक्ति अपने पार ब्रह्म नाल जुड़ जाती है, फिर तुसी आनंद भोगदे हो। ये जड़ा अज सहयोग का मतलब है कि जो भी जिन्नी बारी भी तुसी जाओ, गुरुद्वारे जाते हो, किते भी तुसी जाके पाठ पूजा करते हो, उहदे नाल तुहानू कोई प्राप्ति नहीं हुई जिन्नी देर तुसी वो पार ब्रह्म के जोड़ दे नाल जुड़े नहीं। पार ब्रह्म का जिन्नी देर तुहाडा कनैक्शन नहीं जुड़िया उन्ना चिर तुहानू कुछ प्राप्ति नहीं हुंदा। सहज दे नाल तुहानू पार ब्रह्म नाल जोड़न का मिलता है, मौका मिलता है। वो तुसी जुड़ो, 5 मिनट सवेरे 5 मिनट शामी इहदा ध्यान करो। ईवन आप गुरुद्वारे भी जाते हो, गुरुद्वारे मत्था टेकते हो, सब कुछ करते हो और उत्थे सब कुछ करके आंदे जिन्नी देर तुसी ध्यान नहीं करते उन्नी देर तुहानू कोई प्राप्ति नहीं होंदी। ईवन गुरबाणी दे विच भी दस्सिया सहज समाधि लागो। सहज समाधि मीन ध्यान, उन्नू वो ध्यान कहते हैं। उन्नू ध्यान करन नाल ही उहदी प्राप्ति हो सकती है। तो ਉਹਦੇ बारे तुसी अज इकट्ठे होए हो मेरे भैन भराओ। असी भी तुहाडे वांगू सी, तुहाडे इस तरह ही तुसी असी सानू किसी ने दस्सिया, असी प्राप्ति की, असी करन नाल करना तुहानू पैना है। जिन्ना तुसी करोगे उन्ना ही आनंद लोगे। धीरे धीरे जिन्ना करते जाओगे उन्ना ही तुहाडे अंदर तुहाडे
ਜਿਹੜੇ ਬ੍ਰੇਨ ਦੇ ਵਿੱਚ ਜਿਹੜੀਆਂ ਸ਼ਕਤੀਆਂ ਇੰਟੈਗਰੇਟ ਹੋ ਕੇ ਉਹ ਬ੍ਰਹਮ ਦੀ ਸ਼ਕਤੀ ਨਾਲ ਜੁੜਦੀਆਂ ਰਹਿਣਗੀਆਂ ਔਰ ਤੁਹਾਨੂੰ ਆਨੰਦ ਆਉਂਦਾ ਰਹੇਗਾ। ਹੁਣ ਜਿੰਨੇ ਵੀ ਮੇਰੇ ਭੈਣ ਭਰਾ ਹੈ ਤੇ ਆਪਣਾ ਜਿਹੜੇ ਜ਼ਮੀਨ 'ਤੇ ਬੈਠ ਸਕਦੇ ਆ ਚੌਂਕੜੀ ਮਾਰ ਕੇ ਬੈਠ ਜਾਓ, ਅਤੇ ਜਿਹੜੇ ਨਹੀਂ ਬੈਠ ਸਕਦੇ ਉਹ ਆਪਣਾ ਕੁਰਸੀ 'ਤੇ ਬੈਠ ਜਾਓ, ਪਰ ਆਪਣੇ ਚੱਪਲਾਂ ਐਰਾ ਵਗੈਰਾ ਜਿਹੜੀਆਂ ਨਾ ਬਾਹਰ ਉਤਾਰ ਦਿਓ, ਤਾਂ ਕਿ ਪੰਜ ਤੱਤਵਾਂ ਨਾਲ ਜੁੜਨਾ ਹੈ। ਧਰਤੀ ਅਰਥ ਐਲੀਮੈਂਟ ਨਾਲ, ਅਰਥ ਤੱਤਵ ਨਾਲ ਜੁੜਨ ਵਾਸਤੇ ਦੋਨੇ ਪੈਰ ਤੁਹਾਨੂੰ ਪ੍ਰਿਥਵੀ ਮਾਤਾ 'ਤੇ ਰੱਖਣੇ ਪੈਣਗੇ, ਅਤੇ ਉਹਨੂੰ ਰੱਖ ਕੇ ਤੁਸੀਂ ਹੱਥ ਜੋੜ ਕੇ ਹੱਥ ਖੋਲ੍ਹ ਕੇ ਬੈਠੋ। ਅਗਲਾ ਪ੍ਰੋਗਰਾਮ ਤੁਹਾਨੂੰ ਅੱਗੇ ਤੁਹਾਨੂੰ ਸੱਤ ਚੱਕਰਾਂ ਦਾ ਔਰ ਤਿੰਨੋਂ ਨਾੜੀਆਂ ਬਾਰੇ ਦੱਸ। ਹੁਣ ਅਸੀਂ ਤੁਹਾਨੂੰ ਸੂਖਸ਼ਮ ਸਰੀਰ ਦੇ ਬਾਰੇ ਦੱਸਾਂਗੇ। ਸਾਡੇ ਇਹ ਸਰੀਰ ਦੇ ਅੰਦਰ 3 ਨਾੜੀਆਂ ਤੇ 7 ਚੱਕਰ ਹੁੰਦੇ ਨੇ। ਇਹ ਜਿਹੜੀ ਪਹਿਲੀ ਨਾੜੀ ਹੈ ਨੀਲੇ ਰੰਗ ਦੀ, ਸਾਡੇ ਸਰੀਰ ਦੇ ਖੱਬੀ ਔਰ ਹੁੰਦੀ ਹੈ, ਜਿਹਨੂੰ ਈਦਾ ਨਾੜੀ ਵੀ ਕਹਿੰਦੇ ਨੇ। ਜਦੋਂ ਅਸੀਂ ਪੁਰਾਣੀਆਂ ਗੱਲਾਂ ਜਾਂ ਵਿਚਾਰਾਂ ਵਿੱਚ ਜ਼ਿਆਦਾ ਰਹਿੰਦੇ ਹਾਂ ਤਾਂ ਸਾਡੀ ਇਹ ਨਾੜੀ ਬਲੌਕ ਹੋ ਜਾਂਦੀ ਹੈ, ਜਿਸ ਨਾਲ ਸਭ ਤੋਂ ਪਹਿਲਾਂ ਲੋ ਬੀਪੀ ਦੀ ਪ੍ਰੋਬਲਮ ਆਉਂਦੀ ਹੈ। ਜਿਹੜੀ ਦੂਜੀ ਨਾੜੀ ਹੈ ਪੀਲੇ ਰੰਗ ਦੀ, ਇਹ ਸਾਡੇ ਸਰੀਰ ਦੇ ਸੱਜੇ ਪਾਸੇ ਹੁੰਦੀ ਹੈ। ਜਦੋਂ ਆਪਾਂ ਜ਼ਿਆਦਾ ਭਵਿੱਖ ਦੇ ਬਾਰੇ ਚਿੰਤਾ ਕਰਦੇ ਹਾਂ ਜਾਂ ਜ਼ਿਆਦਾ ਪਲੈਨਿੰਗ ਕਰਦੇ ਹਾਂ ਤਾਂ ਸਾਡੀ ਇਹ ਨਾੜੀ ਯਾਨੀ ਕਿ ਪਿੰਗਲਾ ਨਾੜੀ ਬਲੌਕ ਹੋ ਜਾਂਦੀ ਹੈ। ਇਹ ਜਿਹੜੀ ਵਿੱਚ ਵਾਲੀ ਨਾੜੀ ਹੈ ਯਾਨੀ ਕਿ ਸੁਖਮਨ ਨਾੜੀ, ਜਿਹਨੂੰ ਵਰਤਮਾਨ ਦੀ ਨਾੜੀ ਵੀ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ 3 ਨਾੜੀਆਂ ਤੇ 7 ਚੱਕਰਾਂ ਦੇ ਬਾਰੇ ਦੱਸਿਆ ਗਿਆ ਹੈ। ਤੇ ਹੁਣ ਦੇਖੋ, ਇਹ ਜਿਹੜਾ ਪਹਿਲਾ ਚੱਕਰ ਹੈ ਇਹ ਹੈ ਮੂਲਾਧਾਰ ਚੱਕਰ। ਇਹਦੀ ਖਾਸੀਅਤ ਹੈ ਭੋਲਾਪਨ, ਬਾਲਕਾਂ ਵਰਗੀ ਮਾਸੂਮੀਅਤ ਤੇ ਪਵਿੱਤਰਤਾ। ਮੂਲਾਧਾਰ ਤੋਂ ਬਾਅਦ ਇਹ ਜਿਹੜੀ ਤਿਕੋਣੀ ਹੱਡੀ ਹੈ, ਇਹਦੇ ਵਿੱਚ ਕੁੰਡਲਨੀ ਸ਼ਕਤੀ ਹੁੰਦੀ ਹੈ, ਜਿਹੜੀ 3.5 ਕੁੰਡਲ ਦੇ ਵਿੱਚ ਸਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਹੁੰਦੀ ਹੈ। ਦੂਸਰਾ ਚੱਕਰ ਦੂਜਾ ਇਹ ਸਵਾਦਿਸ਼ਠਾਨ ਹੈ, ਜਿਹੜਾ ਸਾਨੂੰ ਕ੍ਰੀਏਟੀਵਿਟੀ ਦਿੰਦਾ ਹੈ। ਤੀਜਾ ਚੱਕਰ ਨਾਭੀ ਚੱਕਰ ਹੈ, ਜਿਹੜਾ ਸਾਨੂੰ ਸੰਤੁਲਨ ਤੇ ਸੈਟਿਸਫੈਕਸ਼ਨ ਦਿੰਦਾ ਹੈ। ਨਾਭੀ ਦੇ ਆਸ-ਪਾਸ ਸਾਡਾ ਭਵ ਸਾਗਰ ਹੈ, ਜਿਹਨਾਂ ਵਿੱਚ ਗੁਰੂਆਂ ਦਾ ਸਥਾਨ ਹੈ। ਚੌਥਾ ਚੱਕਰ ਅਨਹਤ ਹੈ, ਜਿੱਥੋਂ ਸਾਨੂੰ ਸ਼ਕਤੀ ਮਿਲਦੀ ਹੈ। 5ਵੇਂ ਨੰਬਰ ਦੇ ਸਾਡੇ ਗਲੇ ਦੇ ਬਿਲਕੁਲ ਵਿੱਚੋਂ ਵਿੱਚ ਵਿਸ਼ੁੱਧੀ ਚੱਕਰ ਹੈ, ਇੱਥੋਂ ਸਾਨੂੰ ਮਿੱਠਾ ਬੋਲਣ ਦੀ ਸ਼ਕਤੀ ਮਿਲਦੀ ਹੈ। 6ਵਾਂ ਚੱਕਰ ਆਗਿਆ ਚੱਕਰ ਹੈ, ਜਿੱਥੋਂ ਸਾਨੂੰ ਮਾਫ ਕਰਨ ਦੀ ਸ਼ਕਤੀ ਮਿਲਦੀ ਹੈ। ਇਹ 7ਵਾਂ ਤੇ ਆਖਰੀ ਚੱਕਰ ਸਿਰ ਦੇ ਤਾਲੂ ਭਾਗ ਤੇ ਸਹਿਸਤਰਾਰ ਚੱਕਰ ਹੈ, ਜਿੱਥੋਂ ਸਾਨੂੰ ਸ਼ਕਤੀ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਤੇ ਅਸੀਂ ਪਰਮਾਤਮਾ ਦੇ ਪਿਆਰ ਨੂੰ ਮਹਿਸੂਸ ਕਰਦੇ ਹਾਂ। ਹੁਣ ਅਸੀਂ ਇੱਕ ਵੀਡੀਓ ਲਾਵਾਂਗੇ। ਵੀਡੀਓ ਛੋਟੀ ਜਿਹੀ ਹੈ, ਜਿਹਦੇ ਵਿੱਚ ਸ਼੍ਰੀ ਮਾਤਾ ਜੀ ਖੁਦ ਦੱਸਣਗੇ ਕਿ ਆਪਣੀ ਸ਼ਕਤੀ ਨੂੰ ਆਪਾਂ ਆਪ ਹੀ ਕਿੱਦਾਂ ਜਗਾ ਸਕਦੇ ਹਾਂ, ਤੇ ਵੀਡੀਓ ਦੇ ਵਿੱਚ ਜਿੱਦਾਂ ਜਿੱਦਾਂ ਦੱਸਣਗੇ ਉੱਦਾਂ ਉੱਦਾਂ ਹੀ ਸਾਰਿਆਂ ਨੇ ਕਰਨਾ ਹੈ। सत्य को खोजने वाले आप सभी साधकों को हमारा नमस्कार। हम अंदर से न जाने कुछ खोजते रहते हैं, संतोष हमारे अंदर नहीं और कोई भी चीज बर्दाश्त करने की हमारे अंदर शक्ति नहीं है। सो ये जान लेना चाहिए कि हमारे अंदर ये असंतोष, ये तकलीफ़ें, ये परेशानियाँ, चिंता, ये क्यों है? इसका कारण हमारा मन है।
जब ये कुंडलिनी जागृत होती है तो आपके हाथ से चैतन्य की लहरियाँ बहने लगती है। जो चारों तरफ फैली हुई जो शक्ति है, जिसको आज तक आप सुनते आए हैं, वो शक्ति आपके अंदर से बहने लगती है और आपको ये महसूस होती है, आपको प्रतीत होता है कि ये कुंडलिनी की शक्ति जागृत हो गई है और हमारे हाथ से बह रही है। और जब ये शक्ति आपके हाथ से बहने लगती है तो आप वास्तविक में शक्तिशाली होते हैं। कोई पैसे से या मगरूरी से शक्तिशाली नहीं होता। शक्तिशाली होता है ये अंदर की शक्ति से, और ये अंदर की शक्ति जब तक हमारे अंदर जागृत नहीं होगी, हम कभी शक्तिशाली समर्थ नहीं हो सकते। अब ये शक्ति आप सबके अंदर है और इस शक्ति का लाभ उठाना ये आपका आज का परम कर्तव्य है। हर एक धर्म में बताया है कि तुम्हारा फिर से जन्म होना चाहिए। वो जन्म जिसे हम पुनरुज्जीवन कहते हैं, जिसे हम आत्म साक्षात्कार कहते हैं, उसे प्राप्त करना चाहिए। सारे विश्व में एक ही धर्म है और वो धर्म है प्यार का, प्रेम का, करुणा का। आज तक हमने प्रेम की शक्ति को कभी भी उपयोग में नहीं लाया, इसलिए सारे प्रश्न खड़े हुए। इस प्रेम की शक्ति को अपने अंदर जब हम जागरूक कर लेते हैं तो फिर हम समझते हैं कि हम कितने वैभवशाली हैं और हमारे अंदर न जाने हजारों तरह की शक्तियाँ संचरित होती हैं। जैसे आप दूसरों को भी जागृति दे सकते हैं, दूसरों को भी बीमारी ठीक कर सकते हैं, दूसरों का भी आप भला कर सकते हैं और उनको शांति दे सकते हैं। इसको कुछ ज़्यादा सीखना नहीं पड़ता। 1 महीने के अंदर आप अपने ही गुरु हो जाते हैं और आप सब कुछ जानते हैं जो कुछ आपको करना है और जो चीज़ आपको उपयोग में लाना है। इस प्रकार अनेक विध इसके लाभ हैं, क्योंकि आप एक महान ऊंचे दर्जे के इंसान हो जाते हैं और ये परिवर्तन होना ज़रूरी है। इस परिवर्तन से सब तरह से हमारी समस्याएं दूर होती हैं कि आप ये शरीर, मन, अहंकार, भावनाएं आदि उपाधि नहीं, किंतु आप साक्षात शुद्ध स्वरूप आत्मा है। उस आत्मा स्वरूप में आपको उतरना है। और दूसरा सत्य है कि चारों तरफ फैली हुई ये परमात्मा की प्रेम शक्ति हमारे लिए लालायित है कि हमारी कुंडलिनी जागृत हो और हमारी एकाकारिता उस प्रेम शक्ति से हो। आप इंसान हैं और हर एक इंसान के अंदर ये शक्ति है। इसे आप सब लोग प्राप्त करें। अब हमें परम पूज्य श्री माता जी के द्वारा आत्म साक्षात्कार प्राप्त होगा। श्री माता जी जो क्रियाएं करेंगी, हमें भी वही क्रियाएं दोहरानी है और अपना आत्म साक्षात्कार पाना है। अब आप सब अपने दोनों हाथ मेरे और ऐसे सहज, कुछ प्रेशर से नहीं, ऐसे सीधे, और अपने प्रति श्रद्धा रखें। सब लोग इस तरह से श्रद्धापूर्वक दोनों हाथ रखें। आप लोग जिस भारत भूमि के आंचल में बैठे हुए हैं, ये इतनी पवित्र भूमि है कि यहाँ कुछ ज़्यादा करने की ज़रूरत ही नहीं। परदेश में मेरे हाथ टूट जाते हैं, पर यहाँ तो फट से लोग पार हो जाते हैं। ये बड़ी भारी चीज़ है। बड़े भाग्यवान ही इस देश में पैदा होते हैं। तो कृपया सब लोग हाथ इस तरह से करें और अब आँख बंद कर लें एक क्षण में। मन में यही कहें
कि माँ हमें आत्म साक्षात्कार दीजिए। अब ये अपना राइट हैंड जो है इसको अपने तालू के ऊपर रखें, ऊपर अधांतरी रखें। पैर सीधे रखें, सब ज़मीन पर जो बैठे हैं वो तो ठीक ही हैं, पर बाकी लोग सीधे पैर करके बैठे। अब थोड़े ऊपर उठा के देखें कि अपने सर में, जिसे हम तालू भाग कहते हैं, वहाँ से कुछ ठंडी ठंडी या गर्म भी हवा आ सकती है। गर्म हवा आ सकती है। अगर आपने माफ़ नहीं किया है तो गर्म हवा आएगी, इसलिए माफ़ कर दीजिए सबको। अब देखिए, सर झुका के देखिए कि आपके अंदर से ठंडी ठंडी हवा आ रही है क्या, आपके अपने अंदर से। अब दूसरा हाथ मेरे और करें और लेफ्ट हैंड सर पे रख के, और कृपया ज़रा ऊपर उठा के देखिए, थोड़ा घुमा पर रख के, कि आपके सर में से कोई ठंडी ठंडी हवा आ रही है क्या। यही कुंडलिनी है, यही अपना रास्ता तय करके और इस 7वें चक्र को भेद करके और चारों तरफ फैली हुई इस परम चैतन्य शक्ति से एकाकारिता प्राप्त करते हैं। गर्दन नीचे करके देखें। अब एक बार फिर से लेफ्ट हैंड मेरी तरफ करें और राइट हैंड से देखें। देखिए, सर झुका के देखिए, सर झुका के देखिए कि आपके अंदर से ठंडी ठंडी हवा ऐसी आ रही है। कबीर ने कहा, शून्य शिखर पर अनहद बाजिरे। यही चीज सबने यही कहा है। गुरु नानक साहब ने कहा है, सहज समाधि लागो। अब दोनों हाथ मेरे ओर करें, कृपया दोनों हाथ मेरे ओर करें। देखिए, आपके हाथ में कुछ ठंडी या गर्म हवा आ रही है क्या। अब जिन लोगों के हाथ में नहीं आती थी ठंडी हवा, या जिनकी कुंडलिनी जागृत नहीं हुई थी अभी कहा, वो लोग कृपया हाथ ऊपर करें जिनके हाथ में ठंडा आ गया। हो गए ना पार, सबके सब पार हो गए। वाह। अब इससे आगे का जो कुछ भी कार्य है वो कैसे करना चाहिए, इसके लिए आप कृपया अपने घर के नज़दीक या थोड़े दूर पर भी हो, जहाँ भी आपका वास्तु है उससे पास में या दूर, आपको अगर कोई वहाँ सेंटर मालूम हो तो वहाँ जिस दिन सेंटर चलता उस दिन ज़रूर जाए। मुझे आशा है कि आप लोग इसको शिरोधार्य समझें, इसका मान रखें। जो मिला है वो अनंत वर्षों से किसी को नहीं मिला था, वो आपने प्राप्त किया। उसका आप गौरव जानेंगे जब आप उसकी शक्ति को आजमाएंगे। तो इसको प्राप्त करें और अपना सम्मान रखें, अपनी इज्जत रखें। आप इसमें उतरते जाइए गहरे, और मेरा पूर्ण आशीर्वाद है कि आप लोग पूर्णतया सुखी हो जाएं, पूर्णतया आनंदित हो जाएं और पूर्णतया शांतिमय हो जाएं। इसके अलावा आप स्वयं शक्तिशाली हो जाएं। ਹੁਣ ਸਾਰੇ ਆਪਣੇ ਦੋਨੋਂ ਹੱਥ ਖੋਲ ਕੇ ਆਪਣੀ ਆਪਣੀ ਗੋਦੀ 'ਚ ਰੱਖ ਲਓ, ਆਪਣੀਆਂ ਅੱਖਾਂ ਬੰਦ ਕਰ ਲਓ ਤੇ ਪੂਰਾ ਧਿਆਨ ਸਿਰ ਤੇ ਤਾਲੂ ਭਾਗ ਤੇ ਰੱਖੋ।
ਅਸੀਂ ਇੱਕ ਭਜਨ ਲਾਵਾਂਗੇ। ਆਪਣਾ ਪੂਰਾ ਧਿਆਨ ਸਿਰ ਦੇ ਤਾਲੂ ਭਾਗ ਤੇ ਰੱਖ ਕੇ ਅਸੀਂ ਮਹਿਸੂਸ ਕਰਾਂਗੇ ਉਸ ਰੱਬ ਦੀ ਸ਼ਕਤੀ ਨੂੰ ਕਿ ਸਾਡੇ ਦੋਨਾਂ ਹੱਥਾਂ ਤੇ ਸਿਰ ਦੇ ਤਾਲੂ ਭਾਗ ਤੇ ਸਾਨੂੰ ਕੀ ਮਹਿਸੂਸ ਹੋ ਰਿਹਾ। जागो 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 कुंडली माँ करो सब पे कृपा। जागो कुंडली माँ करो सब पे कृपा। सहस्त्रार में आके सहस्त्रार में आके छू ही लेंगे वो हम आसमां। जागो कुंडली माँ करो सब पे कृपा। जागो कुंडली माँ करो सब पे कृपा। मूलाधार में तुम बैठी हो माँ, सदियों से तुम सोई हुई। मूलाधार में तुम बैठी हो माँ, सदियों से तुम सोई हुई। इच्छा हुई पाले तुझको, इच्छा हुई पाले तुझको। हासिल हो तुम जागो कुंडली माँ। जागो कुंडली माँ करो सब पे कृपा। जागो कुंडली माँ करो सब पे कृपा। समा जाओ माँ बच्चा में अभी, सभी चक्र तुम निरंजित करो। समा जाओ माँ बच्चा में अभी, सभी चक्र तुम निरंजित करो। गणेशा स्वयं पूजे तुझको, गणेशा स्वयं पूजे तुझको। शरण में तेरी जागो कुंडली माँ। जागो कुंडली माँ करो सब पे कृपा। जागो कुंडली माँ करो सब पे कृपा। सोई आत्मा में प्रकाश भरो, जो बिखरे हैं चित्त एकत्रित करो। सोई आत्मा में प्रकाश भरो, जो बिखरे हैं चित्त एकत्रित करो। तभी दूर होंगे अंधेरे, तभी दूर होंगे अंधेरे। रोशनी में तेरी जागो कुंडली माँ।
करो सब पे कृपा। सहस्त्रार में आके, सहस्त्रार में आके छू ही लेंगे वो हम आसमां। जागो कुंडली मां, करो सब पे कृपा। जागो कुंडली मां, करो सब पे कृपा। करो सब पे कृपा। करो सब पे कृपा। ਹੁਣ ਆਪਾਂ ਹਰ ਰੋਜ਼ ਆਪਣੇ ਘਰ 'ਚ ਬਹਿ ਕੇ ਧਿਆਨ ਕਿਸ ਤਰ੍ਹਾਂ ਕਰਨਾ ਹੈ ਉਹਦੇ ਬਾਰੇ ਦੱਸਾਂਗੇ। ਜਿਹੜੇ ਲੋਕ ਧਰਤੀ ਮਾਂ 'ਤੇ ਚੌਂਕੜੀ ਮਾਰ ਕੇ ਬਹਿ ਸਕਦੇ ਨੇ ਉਹ ਕੋਈ ਮੈਟ ਜਾਂ ਕੰਬਲ ਵਿਛਾ ਕੇ ਚੌਂਕੜੀ ਮਾਰ ਕੇ ਬਹਿ ਜਾਓ, ਅਤੇ ਜਿਹੜੇ ਲੋਕ ਨੀਚੇ ਨਹੀਂ ਬਹਿ ਸਕਦੇ ਉਹ ਭੈਣ ਭਰਾ ਸੋਫੇ, ਕੁਰਸੀ ਜਾਂ ਬੈੱਡ 'ਤੇ ਇੰਝ ਬੈਠੋ ਕਿ ਤੁਸੀਂ ਆਪਣੇ ਦੋਨੋਂ ਪੈਰ ਖੋਲ੍ਹ ਕੇ ਧਰਤੀ ਮਾਂ 'ਤੇ ਰੱਖ ਲਓ। ਆਪਣੇ ਆਪਣੇ ਜੁੱਤੇ ਜਾਂ ਸ਼ੂਜ਼ ਉਤਾਰ ਲਓ। ਪਹਿਲਾਂ ਆਪਣੇ ਸਰੀਰ ਦਾ ਜਿਹੜਾ ਸਾਡਾ ਲੈਫਟ ਦਾ ਹਿੱਸਾ ਹੈ, ਯਾਨੀ ਕਿ ਖੱਬੇ ਪਾਸੇ ਦਾ, ਉਹਨੂੰ ਅਸੀਂ ਸਾਫ਼ ਕਰਾਂਗੇ। ਉਹਦੇ ਲਈ ਜਿਹੜਾ ਆਪਣਾ ਸੱਜਾ ਹੱਥ ਹੈ ਉਹਨੂੰ ਧਰਤੀ ਮਾਂ 'ਤੇ ਰੱਖ ਲਓ, ਅਤੇ ਜਿਹੜੇ ਲੋਕ ਸੋਫੇ 'ਤੇ ਜਾਂ ਕੁਰਸੀ 'ਤੇ ਬੈਠੇ ਨੇ ਉਹ ਆਪਣਾ ਸੱਜਾ ਹੱਥ ਧਰਤੀ ਮਾਂ ਵੱਲ ਨੀਚੇ ਕਰ ਲਵੋ, ਅਤੇ ਫਿਰ ਆਪਣਾ ਜਿਹੜਾ ਖੱਬਾ ਹੱਥ ਹੈ, ਲੈਫਟ ਹੈਂਡ, ਉਹਨੂੰ ਆਪਣੀ ਗੋਦੀ 'ਚ ਖੋਲ੍ਹ ਕੇ ਰੱਖ ਲਓ। ਆਪਣੇ ਮਨ ਦੇ ਵਿੱਚ ਰੱਬ ਤੋਂ ਅਰਦਾਸ ਕਰਾਂਗੇ, ਪ੍ਰੇ ਕਰਾਂਗੇ, ਮਾਂ ਮੇਰੇ ਸਰੀਰ ਦੇ ਖੱਬੇ ਪਾਸੇ ਦੀਆਂ ਸਾਰੀਆਂ ਪ੍ਰੋਬਲਮਸ ਨੂੰ, ਨੈਗੇਟਿਵਿਟੀਜ਼ ਨੂੰ ਦੂਰ ਕਰ ਦਿਓ। ਉਹਨੂੰ ਕਿਰਪਾ ਕਰਕੇ ਧਰਤੀ ਮਾਂ ਦੇ ਵਿੱਚ ਖਿੱਚ ਲਓ। ਮਦਰ ਪਲੀਜ਼ ਕਲੀਨ ਐਂਡ ਕਲੀਅਰ ਮਾਈ ਲੈਫਟ ਸਾਈਡ। ਪਲੀਜ਼ ਰਿਮੂਵ all my thoughts and worries. ਜੇਕਰ ਖੱਬਾ ਹੱਥ ਭਾਰੀ ਹੈ ਜਾਂ ਗਰਮ ਹੈ ਤੇ ਬੜੀ ਸ਼ੁੱਧ ਇੱਛਾ ਨਾਲ ਪ੍ਰਾਰਥਨਾ ਕਰੋ, ਮਾਂ ਮੇਰੇ ਖੱਬੇ ਪਾਸੇ ਦੀ ਸਾਰੀ ਗਰਮੀ ਨੂੰ ਦੂਰ ਕਰ ਦਿਓ। ਤੁਸੀਂ ਮਹਿਸੂਸ ਕਰੋਗੇ ਕਿ ਖੱਬਾ ਹੱਥ ਹੌਲੇ-ਹੌਲੇ ਠੰਡਾ ਹੋ ਰਿਹਾ, ਉਹਦੇ ਚੋਂ ਕੁਝ ਠੰਡੀ ਠੰਡੀ ਹਵਾ ਤੁਹਾਨੂੰ ਨਿਕਲਦੀ ਮਹਿਸੂਸ ਹੋ ਰਹੀ ਹੈ। ਹਵਾ ਠੰਡੀ ਜਾਂ ਗਰਮ ਕੁਝ ਵੀ ਹੋ ਸਕਦੀ ਹੈ, ਕਿਉਂਕਿ ਅਸੀਂ ਸਾਰੇ ਅਲੱਗ-ਅਲੱਗ ਆਪਣੀ ਫੈਮਲੀਜ਼ ਅਤੇ ਸੰਸਕਾਰਾਂ ਨਾਲ ਕਨੈਕਟਿਡ ਹੁੰਦੇ ਹਾਂ। ਉਹ ਸਾਰਾ ਉਸ 'ਤੇ ਡਿਪੈਂਡ ਕਰਦਾ ਹੈ। ਰਿਲੈਕਸ ਕਰੋ ਅਤੇ ਫੀਲ ਕਰੋ ਤੁਹਾਡੇ ਹੱਥਾਂ 'ਚੋਂ ਕੀ ਮਹਿਸੂਸ ਹੋ ਰਿਹਾ। ਹੁਣ ਅਸੀਂ ਆਪਣੇ ਸਰੀਰ ਦੇ ਸੱਜੇ ਪਾਸੇ ਦੀ ਸਫਾਈ ਕਰਾਂਗੇ ਅਤੇ ਆਪਣਾ ਜਿਹੜਾ ਸੱਜਾ ਹੱਥ ਹੈ ਵਾਪਿਸ ਗੋਦ 'ਚ ਖੋਲ੍ਹ ਲਾਂਗੇ। ਆਪਣਾ ਖੱਬਾ ਹੱਥ ਕੋਨੀ ਤੋਂ ਮੋੜ ਕੇ ਆਕਾਸ਼ ਵੱਲ ਕਰ ਲਓ ਅਤੇ ਸੱਜਾ ਹੱਥ ਖੋਲ੍ਹ ਕੇ ਗੋਦ 'ਚ ਹੀ ਰੱਖਣਾ। ਪ੍ਰਾਰਥਨਾ ਕਰਾਂਗੇ ਬੜੀ ਹੀ ਸ਼ੁੱਧ ਇੱਛਾ ਨਾਲ, ਮਾਂ ਮੇਰੇ ਸਰੀਰ ਦੇ ਸੱਜੇ ਪਾਸੇ ਦੀ ਸਾਰੀ ਪ੍ਰੋਬਲਮਸ ਨੂੰ
ਟੈਨਸ਼ਨਸ ਨੂੰ, ਵਰੀਜ਼ ਨੂੰ, ਚਿੰਤਾਵਾਂ ਨੂੰ ਦੂਰ ਕਰ ਦਿਓ। ਨੋਟ ਕਰੋ ਕਿ ਤੁਹਾਡੇ ਸੱਜੇ ਹੱਥ 'ਚੋਂ ਤੁਹਾਨੂੰ ਕੀ ਨਿਕਲਦਾ ਮਹਿਸੂਸ ਹੋ ਰਿਹਾ। ਜੇਕਰ ਸੱਜਾ ਹੱਥ ਗਰਮ ਹੈ ਜਾਂ ਭਾਰੀ ਹੈ ਤਾਂ ਆਪਣੇ ਮਨ ਦੇ ਵਿੱਚ ਪ੍ਰੇ ਕਰੋ, ਪ੍ਰਾਰਥਨਾ ਕਰੋ, ਮਾਂ ਮੇਰੇ ਸੱਜੇ ਪਾਸੇ ਦੀ, ਮੇਰੇ ਰਾਈਟ ਸਾਈਡ ਦੀ ਸਾਰੀ ਪ੍ਰੋਬਲਮਸ ਨੂੰ ਆਕਾਸ਼ ਤੱਤ ਦੇ ਵਿੱਚ ਨਿਕਾਲ ਦਿਓ। ਮਦਰ, ਪਲੀਜ਼ ਰਿਮੂਵ all my worries and tensions related to my future। ਮੇਰੇ ਭਵਿੱਖ ਦੀ ਸਾਰੀ ਚਿੰਤਾਵਾਂ ਨੂੰ ਦੂਰ ਕਰ ਦਿਓ। ਹੁਣ ਆਪਣੇ ਦੋਨੋਂ ਹੱਥ ਖੋਲ ਕੇ ਗੋਦੀ 'ਚ ਰੱਖ ਲਓ। ਅੱਖਾਂ ਬੰਦ ਹੀ ਰੱਖਣੀਆਂ। ਪੂਰਾ ਧਿਆਨ ਸਿਰ ਦੇ ਤਾਲੂ ਪਾਕ ਤੇ। ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕਰਾਂਗੇ, ਮਾਂ ਕਿਰਪਾ ਕਰਕੇ ਮੈਨੂੰ ਵਰਤਮਾਨ 'ਚ ਸਥਾਪਿਤ ਕਰ ਦਿਓ। ਮਦਰ, please establish me in my present। ਮੈਨੂੰ ਭੂਤ ਤੇ ਭਵਿੱਖ ਦੀ ਸਾਰੀ ਪ੍ਰੋਬਲਮਸ ਤੋਂ, ਚਿੰਤਾਵਾਂ ਤੋਂ ਦੂਰ ਕਰ ਦਿਓ। ਪੂਰਾ ਧਿਆਨ ਸਿਰ ਦੇ ਤਾਲੂ ਪਾਕ ਤੇ। ਅੱਖਾਂ ਬੰਦ, ਸਿਰ ਹਲਕਾ ਜਿਹਾ ਝੁਕਾ ਲਵੋ। ਪ੍ਰਾਰਥਨਾ ਕਰਾਂਗੇ, ਮਾਂ ਕਿਰਪਾ ਕਰਕੇ ਮੈਨੂੰ ਆਪਣਾ ਪਿਆਰ ਦਿਓ। ਮਦਰ, ਪਲੀਜ਼ ਗਿਵ ਮੀ ਯੋਰ ਲਵ। ਤੇ ਦੋਨਾਂ ਹੱਥਾਂ ਤੇ ਸਿਰ ਤੇ ਤਾਲੂ ਪਾਕ ਤੇ ਅਸੀਂ ਮਹਿਸੂਸ ਕਰਨਾ ਹੈ ਕਿ ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦਾ ਪਿਆਰ ਕਿਸ ਤਰ੍ਹਾਂ ਅਸੀਂ ਉਹਨੂੰ ਮਹਿਸੂਸ ਕਰ ਸਕਦੇ ਹਾਂ। ਅਸੀਂ ਇੱਕ ਭਜਨ ਲਾਵਾਂਗੇ ਤੇ ਅਸੀਂ ਮਹਿਸੂਸ ਕਰਾਂਗੇ ਉਹਦੇ ਵਿੱਚ ਕਿ ਸਾਡੇ ਹੱਥਾਂ ਤੇ ਅਸੀਂ ਕੀ ਮਹਿਸੂਸ ਕਰ ਰਹੇ ਹਾਂ। ਕਰ ਲੈ ਮਾਂ ਦਾ ਧਿਆਨ ਬੰਦੇ, ਕਰ ਲੈ ਮਾਂ ਦਾ ਧਿਆਨ ਓਏ, ਕਰ ਲੈ ਮਾਂ ਦਾ ਧਿਆਨ, ਕਰ ਲੈ ਮਾਂ ਦਾ ਧਿਆਨ ਬੰਦੇ, ਕਰ ਲੈ ਮਾਂ ਦਾ ਧਿਆਨ ਓਏ, ਕਰ ਲੈ ਮਾਂ ਦਾ ਧਿਆਨ, ਕਰ ਲੈ ਮਾਂ ਦਾ ਧਿਆਨ ਤੇਰਾ ਹੋਗਾ ਉਥਾਨ ਓਏ, ਕਰ ਲੈ ਮਾਂ ਦਾ ਧਿਆਨ ਬੰਦੇ, ਕਰ ਲੈ ਮਾਂ ਦਾ ਧਿਆਨ ਓਏ, ਕਰ ਲੈ ਮਾਂ ਦਾ ਧਿਆਨ।
मटक पटक के माँ चरना विच आई। जन्म जन्म जो खोज रहे सी ओ पूंजी है पाई। जन्म जन्म जो खोज रहे सी ओ पूंजी है पाई। सहस्त्र कमल नू खोल के माने, सहस्त्र कमल नू खोल के माने दे दिता वरदान होए। समय नू पहचान बंदे, समय नू पहचान होए। कर ले मां दा ध्यान, कर ले मां दा ध्यान बंदे, कर ले मां दा ध्यान होए। कर ले मां दा ध्यान। ਅਸੀਂ ਆਪਣੇ ਜਿਹੜਾ ਸਾਰੇ ਦਿਨ ਦਾ 10 ਮਿੰਟ ਅਸੀਂ ਧਿਆਨ ਕਰਨਾ ਹੈ, ਉਹਨੂੰ ਅਸੀਂ ਧਿਆਨ ਇੰਝ ਕਰਦੇ ਹਾਂ। ਅਤੇ ਜਿਸ ਤਰ੍ਹਾਂ ਦਿਨ ਦੇ ਵਿੱਚ ਸਾਡੇ 24 ਘੰਟੇ ਹੁੰਦੇ ਨੇ, 23.5 ਘੰਟੇ ਅਸੀਂ ਦੁਨੀਆ ਦੇ ਕੰਮਾਂ ਵਾਸਤੇ ਰੱਖੋ ਅਤੇ ਸਿਰਫ ਅੱਧਾ ਘੰਟਾ ਆਪਣੇ ਸਰੀਰ ਵਾਸਤੇ, ਜਿੰਨੇ ਕਿ ਸਾਡਾ ਸਾਥ ਦੇਣਾ ਹੈ, ਉਹਦੇ ਵਾਸਤੇ ਰੱਖੋ, ਜਿਸ 'ਚ 15-15 ਮਿੰਟ ਆਪਾਂ ਸਵੇਰੇ ਅਤੇ ਸ਼ਾਮ ਧਿਆਨ ਕਰ ਸਕੀਏ ਔਰ ਅਸੀਂ ਆਪਣੀ ਆਤਮਾ ਨੂੰ, ਉਹਦੇ ਪਿਆਰ ਨੂੰ, ਰੱਬ ਦੇ ਪਿਆਰ ਨੂੰ ਪਾ ਸਕੀਏ, ਅੰਦਰ ਦੀ ਸ਼ਕਤੀ ਨੂੰ ਮਹਿਸੂਸ ਕਰ ਸਕੀਏ, ਨਿਰਵਿਚਾਰ ਹੋ ਸਕੀਏ ਅਤੇ ਆਪਣੇ ਜੀਵਨ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਹਰ ਚੀਜ਼ ਨੂੰ ਇੰਜੋਏ ਕਰ ਸਕੀਏ। ਆਪਣੇ ਇਸ ਸਰੀਰ ਦੇ ਮਿਲਣ ਦਾ ਜਿਹੜਾ ਅਸਲੀ ਮਕਸਦ ਹੈ, ਅਸੀਂ ਉਹਨੂੰ ਪੂਰਾ ਕਰ ਸਕੀਏ, ਮਤਲਬ ਕਿ ਆਤਮਾ ਦਾ ਉਸ ਪਰਮਾਤਮਾ ਦੇ ਨਾਲ ਮਿਲਣ। ਜੈ ਸ਼੍ਰੀ ਮਾਤਾ ਜੀ।